ਜੀਉ। ਸਤਨਾਮ ਵਾਹਿਗੁਰੂ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ। चिंता लाहे हमारी, अवर न सूझै दूजी ठाहर। हार परियो तौ दुआरी, लेखा छोड़ अलेख है छूट है। हम निर्गुण ले हो उबारी, सद बख्शिंद सदा मेहरवाना। सबना दे आधारी, नानक दास संत पाछै परियो। राख लेहो एह बारी, बहुत जन्म बिछुरे थे मादो। एहो जन्म तुम्हारे लिखे, कह रविदास आस लग जीवों। चिर भयो दर्शन देखे। परम सन्मानयोग सतगुरु धन धन श्री गुरु ग्रंथ साहिब किरपालू दातार जी दी पावन पवित्र हजूरी अंदर सतगुरां दी किरपा मेहरामद सदका जो नानक शाही संबद 555वां साल प्रारंभ हो रहा है, उस नवें साल नूं खुश आमदीद कहण हित सतगुरां दी पावन पवित्र हजूरी अंदर आपां समूह माई भाई संगती रूप विच जुड़ बैठे हाँ। बड़े ही प्यार भावना शरधा नाल गुरु हजूरी अंदर सुभाएमान हो करके आप जियां ने गुरु घर दे समूह रागी सहबानां दे जथियां पासों पावन अमृत गुरबाणी दा कीर्तन सरवण कीता है। आओ गुरु सवारियो, जिथे सतगुरां दी अमृत बाणी नूं कीर्तन रूप विच आपां माणिया है, उत्थे गुरु की बाणी दी कुछ मिनट आप जी दे नाल गुरु किरपा गुरु रहमत सदका विचार कर सकां। कुछ कहण तो पहला फतेह दी सांझ करिए। प्यार सहित आखो जी वाहिगुरु जी का खालसा वाहिगुरु जी की फतेह। सतगुरु धन गुरु ग्रंथ साहिब सच्चे पातशाह जी दी बाणी विच गुरुदेव पिता महाराज सच्चे पातशाह जी ने समय लई बहुत शब्दां दा प्रयोग कीता है। समय नूं गुरु साहिब सच्चे पातशाह ते पंध नूं कई थावां ते इकट्ठा रखदे।
ਵੇਲੇ ਨੂੰ ਤੇ ਪੰਧ ਨੂੰ ਸਤਿਗੁਰਾਂ ਨੇ ਬਾਣੀ ਵਿੱਚ ਬਹੁਤ ਥਾਵਾਂ ਤੇ ਇਕੱਠਿਆਂ ਰੱਖਿਆ, ਕਿਉਂਕਿ ਵੇਲੇ ਦਾ, ਸਮੇਂ ਦਾ ਪੰਧ ਦੇ ਨਾਲ, ਰਾਹ ਦੇ ਨਾਲ ਬਹੁਤ ਵੱਡਾ ਨਾਤਾ ਹੈ। ਰਾਹ ਦਾ ਭਾਵ ਕੋਈ ਸੜਕੀ ਮਾਰਗ ਨਹੀਂ, ਰਾਹ ਦਾ ਭਾਵ ਕੋਈ ਕੇਵਲ ਸੰਸਾਰੀ ਰਸਤਾ ਨਹੀਂ। ਰਾਹ ਦਾ ਭਾਵ ਹੈ ਜ਼ਿੰਦਗੀ ਤੇ ਜਿਸ ਸਫ਼ਰ ਤੇ ਆਪਾਂ ਤੁਰਦੇ ਆਂ, ਜਿਸ ਮਾਰਗ ਤੇ ਆਪਾਂ ਤੁਰਦੇ ਆਂ, ਉਹਦੇ ਵਿੱਚ ਸਮੇਂ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ। ਵੈਸੇ ਤਾਂ ਹਰ ਦਿਨ ਹੀ ਨਵਾਂ ਹੈ, ਹਰ ਸਵੇਰ ਹੀ ਨਵੀਂ ਹੈ, ਪਰ ਫਿਰ ਵੀ ਆਪਾਂ ਸੰਸਾਰ ਵਿੱਚ ਰਹਿੰਦਿਆਂ, ਸਮਾਜ ਵਿੱਚ ਰਹਿੰਦਿਆਂ, ਦੁਨੀਆ ਦੇ ਸਿਆਣੇ ਬੁੱਧੀਜੀਵੀ ਲੋਕਾਂ ਨੇ ਸੰਸਾਰ ਨੂੰ ਸਰਲ ਢੰਗ ਦੇ ਨਾਲ, ਸੁਖੈਨ ਢੰਗ ਦੇ ਨਾਲ ਚਲਾਉਣ ਹਿੱਤ ਇਹ ਸਮਿਆਂ ਦੀ ਵੰਡ ਕੀਤੀ ਹੈ। ਦਿਨਾਂ ਦੀ, ਹਫ਼ਤਿਆਂ ਦੀ, ਮਹੀਨਿਆਂ ਦੀ, ਸਾਲਾਂ ਦੀ ਵੰਡ ਹੋਈ ਹੈ। ਪਰ ਹਕੀਕਤ ਇਹ ਹੈ ਕਿ ਹਰ ਦਿਨ ਹੀ ਚੁਣੌਤੀ ਭਰਿਆ ਹੁੰਦਾ ਹੈ, ਹਰ ਦਿਨ ਹੀ ਨਵਾਂ ਹੁੰਦਾ ਹੈ, ਹਰ ਕਦਮ ਹੀ ਨਵਾਂ ਹੈ। ਇੱਕ ਪੁੱਟ ਲਿਆ ਤੇ ਅਗਲਾ ਕਦਮ ਨਵਾਂ ਹੈ। ਪਰ ਜੇ ਕਿਤੇ ਕੋਈ ਕਦਮ ਵੇਲੇ ਸਿਰ ਨਾ ਪੁੱਟਿਆ ਜਾਏ, ਕੋਈ ਕਦਮ ਸਿੱਧਾ ਨਾ ਪੁੱਟਿਆ ਜਾਏ, ਤੇ ਇਹ ਦੋਵੇਂ ਜ਼ਿੰਦਗੀ ਦੇ ਅੰਦਰ ਘਟਣ ਵਾਲੀਆਂ ਘਟਨਾਵਾਂ ਮਨੁੱਖ ਨੂੰ ਬਹੁਤ ਪਿੱਛੇ ਲੈ ਜਾਂਦੀਆਂ। ਅਸੀਂ ਇੱਕ ਅਜ਼ੀਜ਼ ਦਾ ਬਚਨ ਪੜ੍ਹਦੇ ਹਾਂ, ਉਹ ਕਹਿੰਦਾ ਹੈ ਕਿ ਜਿਸ ਵਕਤ ਮਨੁੱਖ ਕੋਈ ਕਰਮ ਕਰਦਾ ਨਾ, ਉਹ ਇੱਕ ਘੜੀ ਵਿੱਚ ਕਰ ਦਿੰਦਾ ਹੈ। ਇੱਕ ਘੜੀ ਵਿੱਚ, ਇੱਕ ਪਲ ਵਿੱਚ, ਇੱਕ ਨਿਮਖ ਵਿੱਚ ਕੋਈ ਕਰਮ ਹੋ ਜਾਂਦਾ ਹੈ, ਪਰ ਉਸ ਕਰਮ ਦਾ ਖਮਿਆਜ਼ਾ, ਉਸ ਕਰਮ ਦਾ ਫਲ ਸੁਖ ਜਾਂ ਦੁੱਖ ਰੂਪ ਵਿੱਚ, ਪੀੜਾ ਰੂਪ ਵਿੱਚ, ਸੁਖ ਰੂਪ ਵਿੱਚ ਹੋ ਸਕਦਾ ਹੈ। ਉਸ ਨੂੰ ਭੁਗਤਣ ਦੇ ਲਈ ਮਨੁੱਖ ਦੇ ਬਹੁਤ ਵਰੇ ਬਤੀਤ ਹੋ ਜਾਂਦੇ। ਇੱਕ ਘੜੀ ਦਾ ਕੀਤਾ ਹੋਇਆ ਕੰਮ, ਘੜੀਆਂ ਜਿਹੜੀਆਂ ਨੇ ਉਹ ਖਤਾ ਕਰਦੀਆਂ ਨੇ। ਉਹ ਅਜ਼ੀਜ਼ ਕਹਿੰਦਾ ਹੈ, ਲਮਹੋਂ ਨੇ ਖਤਾ ਕੀ, ਸਦੀਆਂ ਨੇ ਸਜ਼ਾ ਪਾਈ। ਇੱਕ ਲਮਹਾ ਲੱਗਦਾ ਕੋਈ ਖਤਾ ਕਰਨ ਲੱਗਿਆ, ਕੋਈ ਗਲਤੀ ਕਰਨ ਲੱਗਿਆ, ਤੇ ਉਹਦੀ ਸਜ਼ਾ ਸਾਰੇ ਕਈ ਸਾਲਾਂ ਤੱਕ, ਕਈ ਪੀੜ੍ਹੀਆਂ ਤੱਕ ਭੁਗਤਣੀ ਪੈਂਦੀ ਹੈ। ਇਨ ਬਿਨ ਇੱਕ ਹੀ ਲਮਹਾ ਲੱਗਦਾ ਕੋਈ ਚੰਗਾ ਕਦਮ ਪੁੱਟਣ ਦੇ ਲੱਗਿਆ, ਕੋਈ ਚੰਗਾ ਕਦਮ ਰੱਖਣ ਦੇ ਲੱਗਿਆ, ਤੇ ਜੇ ਉਹ ਧਰਿਆ ਜਾਏ ਇੱਕ ਚੰਗਾ ਸੁਚੱਜਾ ਕਰਮ, ਤੇ ਸਾਰੀ ਜ਼ਿੰਦਗੀ ਮਨੁੱਖ ਦੀ ਉਹ ਇੱਕ ਕਦਮ ਪੁੱਟਿਆ ਹੋਇਆ ਰੁਸ਼ਨਾ ਦਿੰਦਾ। ਇਸ ਕਰਕੇ ਬਾਣੀ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਭਗਤ ਸਹਿਬਾਨਾਂ ਨੇ ਜਦੋਂ ਵੀ ਤੁਰਨ ਦੀ ਗੱਲ ਕੀਤੀ ਹੈ, ਇੱਕ ਤੇ ਕਿਹਾ ਵੇਲੇ ਸਿਰ ਤੁਰੀ, ਤੇ ਦੂਸਰਾ ਕਿਹਾ ਹੈ ਸਿੱਧਾ ਤੁਰੀ। ਅਸੀਂ ਬਚਨ ਪੜ੍ਹਦੇ ਹਾਂ, ਬਾਬਾ ਕਬੀਰ ਜੀ ਦਾ ਪਾਵਨ ਬਚਨ, ਸੂਦੇ ਸੂਦੇ ਰੇਗ ਚਲੋ ਤੁਮ, ਨਤੁਰ ਕੁ ਧੱਕਾ ਦੁਆਹੀਆ ਰੇ। ਕਹਿੰਦੇ ਸਿੱਧਾ ਸਿੱਧਾ ਚੁੱਲ। ਤੇ ਇੱਕ ਬਚਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਿੱਚ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਜੇ ਵੇਲੇ ਸਿਰ ਨਾ ਬੰਦਾ ਤੁਰੇ, ਸਮੇਂ ਸਿਰ ਨਾ ਤੁਰੇ, ਤੇ ਬਹੁਤ ਪੰਧ ਰਹਿ ਜਾਂਦਾ ਹੈ, ਤੇ ਵੇਲਾ ਮੁੱਕ ਜਾਂਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਕਿ ਜਿਹੜਾ ਪਿੱਛਾ ਹੈ ਉਹ ਬਤੀਤ ਹੋ ਗਿਆ, ਅੱਗਾ ਨੇੜੇ ਆਇਓ। ਅੱਗਾ ਜਿਹੜਾ ਹੈ ਉਹ ਨੇੜੇ ਆ ਰਿਹਾ, ਪਰ ਵੇਲਾ ਨਹੀਂ ਰਹਿ ਗਿਆ। ਰਾਤ ਮੌਤ ਦੀ ਪੈਣ ਵਾਲੀ ਹੈ, ਰਾਤ ਜ਼ਿੰਦਗੀ ਦੀ ਮੁੱਕਣ ਵਾਲੀ ਹੈ। ਇਸ ਕਰਕੇ ਜੋ ਸਮਾਂ ਮਿਲਿਆ ਹੈ, ਜੋ ਵੇਲਾ ਮਿਲਿਆ ਹੈ, ਉਹ ਵੇਲਾ ਮਾਲਕ ਦੀ, ਪ੍ਰਭੂ ਦੀ ਯਾਦ ਦੇ ਅੰਦਰ ਬਤੀਤ ਹੋ ਜਾਏ। ਉਹ ਵੇਲਾ ਸੰਸਾਰ ਦੇ ਜੀਵਨ ਦੇ ਕਰਮ ਕਰਦਿਆਂ, ਧਰਮ ਨੇਮ ਕਰਦਿਆਂ ਬਤੀਤ ਹੋ ਜਾਏ, ਤੇ ਹਰ ਇੱਕ ਪੁੱਟਿਆ ਹੋਇਆ ਕਦਮ ਮਨੁੱਖ ਦੀ ਜ਼ਿੰਦਗੀ ਹੀ ਨਹੀਂ ਰੁਸ਼ਨਾਉਂਦਾ, ਉਹਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਰੂਹਾਂ, ਸਾਰੇ ਸਰੀਰਾਂ ਦੀ ਜ਼ਿੰਦਗੀ ਨੂੰ ਰੁਸ਼ਨਾ ਦਿੰਦਾ। ਇਸ ਕਰਕੇ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮੇਂ ਦੇ ਲਈ ਬਹੁਤ ਸ਼ਬਦ ਵਰਤੇ। ਮਹੀਨਿਆਂ ਦਾ ਪਾਠ ਆਪਾਂ ਸਰਵਣ ਕਰਦੇ ਹਾਂ, ਉਹਨਾਂ ਮਹੀਨਿਆਂ ਨੂੰ ਦਰਸਾਉਣ ਦੇ ਵੇਲੇ ਵੀ, ਜਿੱਥੇ 12 ਮਾਹ ਦਾ ਜਿਹੜਾ ਪਾਠ ਹੈ ਨਾ, ਇਹ ਇਉਂ ਕਹਿ ਲਈਏ ਲੋਕ ਗੀਤ ਹੈ। ਪੰਜਾਬ ਦੀ ਧਰਤੀ ਤੇ ਖਾਸ ਕਰਕੇ, ਹੋਰਾਂ ਧਰਤੀਆਂ ਤੇ ਵੀ ਖਾਸ ਕਰਕੇ, ਆਪੋ ਆਪਣੀ ਬੋਲੀ ਵਿੱਚ 12 ਮਾਹ ਲਿਖਣ ਦੀ, 12 ਮਾਹ ਉਚਾਰਨ ਦੀ ਰਵਾਇਤ ਬਹੁਤ ਪੁਰਾਣੀ ਸੀ। ਲੋਕ ਆਪੋ ਆਪਣੇ 12 ਮਾਹ ਰੁੱਤਾਂ ਮੁਤਾਬਕ ਲਿਖਦੇ ਸਨ, ਪਰ ਉਹਨਾਂ ਦੇ ਵਿੱਚ ਜੋ ਵਰਣਨ ਕੀਤਾ ਜਾਂਦਾ ਸੀ ਉਹ ਕੇਵਲ ਤਾਂ ਕੇਵਲ ਦੁਨਿਆਵੀ ਹੁੰਦਾ ਸੀ, ਸੰਸਾਰੀ ਹੁੰਦਾ ਸੀ, ਮਨ ਦੇ ਪੱਧਰ ਦਾ ਹੁੰਦਾ ਸੀ, ਕਿ ਜਿਹਦੇ ਨਾਲ ਮਨ ਦੀ ਕੁਝ ਘੜੀਆਂ ਦੀ ਮੌਜ ਬਣ ਜਾਏ, ਕੁਝ ਘੜੀਆਂ ਮਨ ਜਿਹੜਾ ਖੁਸ਼ ਹੋ ਜਾਏ। ਇਸ ਕਰਕੇ ਉਸ ਵਕਤ ਦੇ ਲੋਕ ਗੀਤ 12 ਮਾਹ ਜਿਹੜੇ ਨੇ ਆਪੋ ਆਪਣੀਆਂ ਸੰਸਕ੍ਰਿਤੀਆਂ, ਆਪੋ ਆਪਣੀਆਂ ਸੱਭਿਅਤਾ, ਤਿਉਹਾਰਾਂ ਦੇ ਨਾਂ ਤੇ ਹੀ ਬਣਾਏ ਜਾਂਦੇ ਸਨ।
पर जदों गुरु साहिबानां ने 12 माह उचारण कीते, भावें गुरु नानक देव सच्चे पातशाह, भावें गुरु अर्जन देव दतार पिता महाराज जी ने, पर सतगुरु जी ने 12 माह बाणी दे अंदर केवल तां केवल एक अकाल पुरख वाहिगुरु दी प्राप्ति ते इस मनुख दे लई जो आत्मक आनंद मुख मूल है उसकी प्राप्ति का ही जिक्र किया है। हर समय दे अंदर, हर महीने दे अंदर, हर पल दे अंदर जे कुछ करन नूं कहा है ते उस परमेश्वर परमात्मा वाहिगुरु की प्राप्ति का ही गुरदेव पिता महाराज ने वर्णन किया है। किते ताड़ना रूप विच भी क्या है ते किते गुरु साहब जी इन्ने प्यार नाल कहिंदे ने, करूं बेनंती सुनो मेरे मीता, संत टहल की बेला, इहां खाट चलो हर लाहा, आगे बसन सुखेला। मित्र भी कह दिता। ते जिथे कोई अपना फर्ज भुल गया, गाफल हो गया, केवल शारीरिक तल तक ही अपने आप नूं बन लिया, उत्थे गुरु साहब सच्चे पातशाह जी ने उस जीव नूं मूर्ख, मुगध, नीच, अजान कहण तो भी गुरेज नहीं किया। भाव यह है कि गुरु साहब सच्चे पातशाह जी की बाणी ने मां की तरह हर वो ढंग वरत्या है जिस ढंग दे नाल उहदी औलाद सुधर जाए, सीधे राह पै जाए ते वेले सिर पै जाए। मां अपनी औलाद नूं जदों देखदी है भी इत्थे प्यार नाल समझाउण दी लोड़ है, बाप नूं पता लगदा प्यार नाल समझाउण दी जरूरत है ते उत्थे प्यार नाल समझाउंदे ने। जिथे घूरी दी लोड़ है उत्थे घूरी वट्टी जाती है, जिथे ताड़ना की लोड़ है, दंड की भी लोड़ है, उत्थे उस उम्र मुताबक दंड भी मिल जाता है। पर वो सारे दे पिछे मां बाप दा औलाद दे नाल कदे भी ऐसा नाता नहीं हुंदा भी वो किसी वैर विच वज के अपनी औलाद नूं प्रताड़ित करते ने, दुखी करते ने। उस ताड़ना पिछे भी सिर्फ तां सिर्फ यही मकसद हुंदा है कि कोई चंगा कदम पुट ले ते वेले सिर पुट ले। इस करके ताड़ना भी जायज़ है, वो प्रेम भी जायज़ है। इन बिन गुरु साहब सच्चे पातशाह जी ने बाणी दे अंदर अपने सिखां ते अपने मुरीदां ते किरपा करते हुए किते ताड़ना रूप विच भी आख्या है, शक्ति रूप विच भी आख्या है, मन मूर्ख आख्या है, ते किते गुरु साहब सच्चे पातशाह जी मित्र बना, भरा बना, सज्जन बना भी गल करते हैं भी मित्रा समझ जाया, कोई भी भाषा तू समझदा है, कोई भी दलील समझ जा, तू समझ जा, तुर पै, पर तुरी वेले सिर ते तुरी भी सीधा, किते ऐसा ना होवे तुरे तेनू वेले ते कुवेले दा ना पता लगे ते पहुंचे भी किते ना। क्योंकि कई बारी मनुख सारी उम्र तुरदा है, तुरन दा भाव मैं फिर कहनिया भी कोई साधारण अर्थां च नहीं, राह दा ते तुरन दा भाव है कि जिंदगी विच असीं खटिया की है, कमाया की है, कर्म की कीते ने। भाई साहब भाई गुरदास ने बड़े प्यारे बचन कीते ने, कहंदे तुरन दी गल जे करिए ते तुरदा ते तेली दा बहल दिन तो लैकर के रात तक है, सारा दिन कोलू दे विच पीड़िया रहिंदा है, तुरदा रहिंदा है, तुरदा रहिंदा है। ते जे वो बैल सोचे भी सवेरे तुरिया शाम पै गई है ते हुण मैं बहुत दूर आ गया होवांगा, कल नूं मैनूं जिहड़ा तेली दा जिहड़ा पंजाली है ना मेरे मोढे ते मेरे धौण ते नहीं पैगी, मैं निकल आया। पर जदों शाम पैंदी है, सियाणा तेली चलाक तेली उहदियां अखां खोलदा, खोपे उतारदा ते बलद देखदा भी ओही कोलू है, ओही तेली है, ओही लोक ने, ओही आला दुआला है। फिर झुरदा भी सारा दिन तुरिया, मेहनत भी लगी, थक टुट भी गया, पर मैं यात्रा कोई भी पूरी नहीं की, उत्थे दा उत्थे रह गए। जिंदगी दे विच मनुख बड़ा भजदा है, बड़ा हथ पल्ला मारदा है, बहुत तरह के यतन करदा है, पर गुरुदेव पिता महाराज जी कहंदे भी अखीर वेले जदों अपना स्वै मुलांकन करदा है ना ते देखदा भी कुछ भी पल्ले नहीं, कुछ भी प्राप्ति नहीं। जिन्हां लई कीता वो छड्ड के चले गए, जिन्हां दे नाल कीता वो वेले तो पहलां चले गए। जो कुछ कमाया खटिया वो हुण पास है, पर शरीर इजाजत नहीं देंदा, काया इजाजत नहीं देंदी भी इनू मान लवां, इनू प्राप्त कर लवां, इनू भुंच लवां। कहंदे हुण काया विच इन्नी समर्था, इन्नी शक्ति नहीं रही। सो कहण तो भाव जदों वेले सिर ही कदम नहीं पुट्टिया ते सिद्धा नहीं पुट्टिया, भावें जिन्ने मर्जी पैंडे कछ ले बंदा, अखीर उत्थे दा उत्थे खलोता रहिंदा। भाई साहब भाई गुरदास ने दूजी उदाहरण दित्ती, कहंदे जिवें कोई नेत्रहीन मनुख अपने पेट पूर्ति दे लई कोई रोजगार करे। पुराने समय अंदर नेत्रहीन मनुख वाण वटिया करते सन,
ਵਾਣ ਵਟਣਾ, ਜਿੰਨਾ ਕੁ ਵਟਿਆ ਜਾਣਾ, ਪਿੰਨੇ ਬਣਾ ਲੈਣੇ ਤੇ ਫਿਰ ਬਾਜ਼ਾਰ ਵਿੱਚ ਕਿਸੇ ਨੂੰ ਕਹਿਣਾ ਵੇਚ ਵਟ ਲੈਣਾ, ਉਹਦੇ ਨਾਲ ਗੁਜ਼ਾਰਾ ਕਰਨਾ। ਤੇ ਭਾਈ ਸਾਹਿਬ ਕਹਿੰਦੇ ਵੀ ਜੇ ਕੋਈ ਮਨੁੱਖ ਜਿਹਨੂੰ ਰੱਬ ਨੇ ਨੇਤਰ ਨਾ ਦਿੱਤੇ ਹੋਣ ਤੇ ਜੇ ਕਿਤੇ ਉਹ ਪਿੰਨਾ ਵੱਟ ਕੇ ਬਣਾਈ ਜਾਏ, ਪਰ ਇਹ ਸੋਚੇ ਨਾ ਵੀ ਨਾਲ ਕੋਈ ਵੱਛਾ, ਕੋਈ ਜਾਨਵਰ ਵੱਜਾ ਹੋਵੇ ਤੇ ਉਹ ਨਾਲ ਦੀ ਨਾਲ ਖਾਈ ਜਾਏ, ਉਹਦੇ ਮੂੰਹ ਨੂੰ ਲੱਗ ਜਾਏ, ਤੇ ਵੱਟਣ ਵਾਲੇ ਨੂੰ ਪਤਾ ਨਹੀਂ ਜਦੋਂ ਸ਼ਾਮ ਨੂੰ ਇਕੱਠਿਆਂ ਕਰਨ ਲੱਗਦਾ ਹੈ ਤੇ ਹੱਥ ਵਿੱਚ ਕੁਝ ਨਹੀਂ ਆਉਂਦਾ, ਗੱਜ 1.5 ਗੱਜ ਦੀ ਰੱਸੀ ਹੱਥ ਵਿੱਚ ਆਉਂਦੀ ਹੈ, ਫਿਰ ਪਛਤਾਉਂਦਾ ਵੀ ਮੈਂ ਜਾਣਿਆ ਨਹੀਂ, ਦੇਖਣ ਦੀ ਸ਼ਕਤੀ ਨਹੀਂ ਮੇਰੇ ਕੋਲ, ਇਸ ਕਰਕੇ ਜੋ ਵੱਟ ਰਿਹਾ ਸਾਂ ਉਹ ਨਾਲ ਦੀ ਨਾਲ ਖਤਮ ਹੋ ਰਿਹਾ ਸੀ। ਇਹਦਾ ਭਾਵ ਇਹ ਹੈ ਕਿ ਕਰਮ ਕਈ ਵਾਰੀ ਅਸੀਂ ਚੰਗੇ ਕਰਦੇ ਆ, ਪੁੰਨ ਵਾਲੇ ਕਰਮ, ਜਪ ਤਪ ਵਾਲੇ ਕਰਮ, ਦਾਨ ਪੁੰਨ ਵਾਲੇ ਕਰਮ, ਪਰ ਉਦੋਂ ਵੱਡੇ ਸਾਡੇ ਪਾਪ ਕਰਮ ਹੁੰਦੇ, ਉਹ ਅਸੀਂ ਦੇਖਦੇ ਨੇ। ਜਦੋਂ ਮਨੁੱਖ ਨੂੰ ਆਪਣਾ ਆਪਾ ਦੇਖਣ ਆ ਜਾਏ ਨਾ, ਸਮਝੋ ਸਭ ਤੋਂ ਵੱਡੀ ਪ੍ਰਾਪਤੀ ਹੈ। ਸਵੈ ਮੁਲਾਂਕਣ ਬਾਣੀ ਵਿੱਚ ਸਤਿਗੁਰਾਂ ਨੇ ਕਿਹਾ, ਰੋਜ਼ ਇਹ ਕੰਮ ਕਰ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇ ਸਾਨੀ ਮਾਹੀ, ਤੈਨੂੰ ਪਰੇਸ਼ਾਨੀ ਨਾ ਹੋਵੇ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਖ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚਲਿਓ, ਨੈਣ ਉਗਰਤ ਵਹੀ ਠਾਓ ਹੋ ਠਿਕਾਨੋ ਹੈ, जैसे जेवरी बटत आंदरो अचिंत चिंत, खात जात बछरो टटोरो पछतानो है, जैसे मृग त्रिखावंत धावै मृग त्रिखावंत, आवत ना शांत भ्रम भ्रमत हैरानो है। कहते मिर्ग भी भजदा पानी की भाल विच, ते सूरज दियां किरणां करके उन्होंने रेत भी पानी दियां छल्लां लगदी है, पर मिलदा कुछ नहीं, मर जांदा है। बंदा भी भजदा सुखां दी भाल विच, होर सुख अगे ने, होर सुख अगे ने, अखीर अंत आ जाता है, पर प्राप्त कुछ नहीं हुंदा। ये 3 उदाहरणां दे के भाई साहब भाई गुरदास जी कहते, तैसे सुपनंतर दिसंतर बिहाए गई, पहुंच ना सकियो जहां मोहे जानो है। कहते समा बीत गया, बिहाए गई उम्र, विहाए गई, उत्थे पहुंच ही नहीं सकिया जिथे पहुंचना सी। पहुंचिया तां जांदा जे वेले सिर समय सिर सिद्धा कदम सही मार्ग चुन लैंदा, ते उस सदा फिर मालक दे घर अंदर प्रवान हो जाते ने, उन्हां दा जीवन सफला हो जाता है। भगत प्रहलाद जी वर्गियां ने, भगत ध्रुव जी वर्गियां ने निक्की निक्की उम्रे ही सिद्धे कदम पुट्टे, धर्मी बने। बाबा जोरावर सिंह जी, बाबा फतेह सिंह जी वर्गे गुरु के लाल, वो गुरु के नक्शे कदम ते तुरे। पैंडे बनाने बड़े औखे ने, पर गुरु सवारिओ सानू बने बनाए मिले ने गुरु के मार्ग, असी सिर्फ उन्हां ते तुरना है, हीया करना है, गुरु अगे अरदास करनी है, ते गुरु आप बांह फड़ लैंदा है। जदों असी अरदास करांगे ना कि हे वाहिगुरु मैं अंधुले की टेक, तेरा नाम खुंदकारा, मैं गरीब मैं मुस्कीन, तेरा नाम है अदारा। हे वाहिगुरु मैं अन्ना वां, तू ही मेरी डंगोरी बन, मैं अज्ञानी हाँ। हम अंधुले अंध बिखै बिखराते, क्यों चल है गुर चाली, सतगुर दया करे सुख दाता, हम लावै है आपन पाली। गुरु सानू अपने पल्ले नाल ला ले, अपने चरनी ला ले। बस असी यही अरदास करिए कि हे गरीब नवाज, हर दिन हर घड़ी हर पहर आप दी याद विच बतीत हो जाए, आपदे भाणे विच बतीत हो जाए। जीवन सफला है, जीवन सफला है। गुरु किरपा करन। इन्नियां बेनतियां प्रवान करनियां, विचारां करदियां बेअंत भुल्लां हो गईयां हन। आप संगत किरपालू सतगुरु बख्शी योग ने बख्श लैणगे। आओ प्यार सहित हुण ढाडी ਸਿੰਘਾਂ पासों आपां हरजस सरवण करना है। भुल्लां चुक्कां ना चितार दे, प्यार सर फतेह बुलाओ जी। वाहिगुरु जी का खालसा, वाहिगुरु जी की फतेह। वाहिगुरु जी का